फैसला जिहड़ा हैगा जी वो जिहड़ी 25/11 की मीटिंग दे विच जिस गलत हथ कंडियां नूं अपना के किस तरीके दे नाल इस कारपोरेशन नूं जिहड़ा जेल दा रूप दे दिता सीगा, जो कौंसलरां नाल बिहेव किया गया, जो कौंसलरां दे उपर पुलिस प्रैशर जिहड़ी सरकार की सारी मशीनरी ने जिहड़ा उल्ट होके काम किया, ਆਪਾਂ ਸਾਰਿਆਂ ਨੇ देखा लाइव देखा तो किसी तो गल छुपी नहीं पटियाले दे विच जो कुछ वापरिया। उस तो बाद जो भी पूरे तो प्रोसीडिंग्स बना के भेजी गई सीगियां, सरकार ने ही उन्होंने अपने पद्धर के उपर कैंसल करके हाई कोर्ट के विच पेश किया ते हाई कोर्ट ने जिहड़ा सीगा जिहड़ा नोटिस सीगा उन्होंने रद्द किया ते जिहड़े भी कोई इन्होंने फैसले अपने पद्धर ते आप ही किए सीगे, सरकार ने उन्होंने सारिਆਂ ਨੂੰ ਨਕਾਰਿਆ ਤੇ ਇਹ ਇੱਕ ਬਹੁਤ ਵੱਡੀ ਪਟਿਆਲੇ ਦੇ ਲੋਕਾਂ ਦੀ, ਸਾਡੇ ਕੌਂਸਲਰ ਸਾਹਿਬਾਨ ਦੀ, ਸਾਡੇ ਲੀਡਰ ਸਾਹਿਬਾਨ ਦੀ, ਸਾਡੇ ਮਹਾਰਾਜਾ ਅਮਰਿੰਦਰ ਸਿੰਘ, ਮਹਾਰਾਣੀ ਪਰਨੀਤ ਕੌਰ, ਬੀਬਾ ਜੈਇੰਦਰ ਕੌਰ, ਸਾਡੀ ਨਵੀਂ ਪਾਰਟੀ PLC ਦੀ ਇੱਕ ਬਹੁਤ ਵੱਡੀ ਜਿੱਤ ਹੈ। ਸਰ ਆਪਣਾ ਸਰਕਾਰ ਨੇ ਮੰਨਿਆ ਵੀ ਅਸੀਂ ਗਲਤੀ ਕੀਤੀ ਹੈ, ਇਹ ਸਰਕਾਰ ਨੇ ਬੈਕਫੁੱਟ ਤੇ ਗਈ ਹੈ ਸਰਕਾਰ। ਦੇਖੋ ਗੱਲ ਇੱਕ ਹੈ ਜੀ, ਜਿਹੜੇ फैसले सरकार के कानून के तहत कानून के पद्धर के उपर होंगे हैं उहदे उपर हरेक बंदे का एक अपना ओपीनियन होंदा। जिहड़े उपरली सरकार दे विच बैठे डायरैक्टर सैकटरी ये फाइल जिहड़ी चीफ मिनिस्टर साहब तक होके आई है तो उहदे विच सरकार ने जिहड़ा हैगा हाई कोर्ट के दबाव दे नाल हाई कोर्ट दे विच जे असी गए असी न्याय मंगिया उत्थे तरीक लीती टाइम लिता उस दे विच सरकार हाई कोर्ट का जिहड़ा सीगा मैं मन्नांगा उन्हां दे करके जिहड़ा साडा अज सानूं इह न्याय मिल सकिया। नहीं सरकार ने जिस तरीके दे नाल कांग्रेस पार्टी ने जिस तरीके दे नाल इह लड़ाई नूं शुरू कीता सीगा, इह एक बड़ी शर्मनाक जिहड़ी घटना दर्ज रहेगी इतिहास दे विच कि इस तरीके दे नाल एक फॉर्मर चीफ मिनिस्टर पंजाब खड़े होण ते अज इसी कारपोरेशन दे जिथे वो मालक हैं जिन्हां नूं पटियाले दे विच इह मन्निया जांदा कि नगर पिता जिहड़े हैगे उन्हां दे नाल इह धक्का कीता। मैं आप अपनी गल दसनी चाहना, तुसी लाइव देखा जिस तरीके दे नाल मेरे को मोबाइल खोया गया, मेरे नाल कुर्सी ते बैठे हुए जिहड़े सीगे किस तरीके दे नाल पहले ही उन्हां नूं बिठाता, दूजे बंदे आके विच मिनिस्टर इनवॉल्व एक लोकल बॉडीज मिनिस्टर जिहड़ा कि इस हाउस दे मैंबर हैगे उन्होंने जिस तरीके का बिहेव किया वो तुहाडे सारिਆਂ ਦੇ ध्यान दे विच है। बड़ी शर्मनाक जिहड़ी घटना हुई है, यह एक बहुत बड़ा मैं कहांगा कि पटियाले दी कारपोरेशन दे विच ਇਹ ਜਿਹੜਾ ਹੈਗਾ ਕਾਲੇ ਦਿਨ ਤੇ ਯਾਦ ਦੇ ਤੌਰ ਤੇ ਯਾਦ। ਮੇਅਰ ਸਾਹਿਬ ਕਾਰਜਕਾਰੀ ਜਿਹੜਾ ਮੇਅਰ ਹੈ ਹੁਣ ਹਟਾਇਆ ਜਾਏਗਾ ਕਿਉਂਕਿ ਤੁਸੀਂ ਹੁਣ ਮੇਅਰ ਹੋ ਗਏ ਹੋ, ਕਾਰਜਕਾਰੀ ਭਾਜੀ ਹਟਾਇਆ ਨਹੀਂ ਗਿਆ। ਆਪਣਾ ਜੀ ਚੱਠਾ ਸਾਹਿਬ ਉਹਨਾਂ ਨੂੰ ਪੂਰਾ ਫਸਟ ਡੇ ਤੋਂ ਹੀ ਕੈਨਸਲ ਕੀਤਾ ਗਿਆ ਹੈ। ਉਹਨਾਂ ਨੇ ਫੈਸਲਾ ਬਿਲਕੁਲ ਵਿੱਚ ਹੈ ਜੀ, ਉਸ ਫੈਸਲੇ ਚ FNCC ਦੇ ਜਿਹੜੇ ਕੋਈ ਫੈਸਲੇ ਤੋਂ ਬਿਨਾ ਹੋਏ ਸੀਗੇ ਜਿਹੜੇ ਫੈਸਲੇ ਕੋਈ ਫੈਸਲਾ ਭਾਜੀ ਉਰੇ ਤੋਂ ਨਹੀਂ ਹੋ ਕੇ ਗਿਆ, ਸਿਰਫ ਪ੍ਰੋਸੀਡਿੰਗਸ ਇਹਨਾਂ ਨੇ ਆਪਣੇ ਤੌਰ ਤੇ ਬਣਾਈਆਂ ਸੀਗੀਆਂ। ਇੱਥੇ ਮੀਟਿੰਗਾਂ ਕਰਦੇ ਨੇ ਨਾ ਕਿ ਸਰ ਜੋ ਵੀ ਮੀਟਿੰਗਸ ਜਿਹੜੀ ਮੀਟਿੰਗਸ ਕੀਤੀਆਂ ਉਹਨਾਂ ਨੂੰ ਕਾਨੂੰਨ ਦੇ ਤਹਿਤ ਜਿਹੜਾ ਹੈਗਾ ਪਹਿਲਾਂ ਵੀ ਕਿਤੇ ਮਾਨਤਾ ਨਹੀਂ ਮਿਲੀ, ਉਹਨਾਂ ਨੂੰ ਆਪ ਹੀ ਨਹੀਂ ਮਾਨਤਾ ਮਿਲੀ। ਜਦੋਂ ਸਰ ਟੈਂਡਰ ਵੀ ਸਰ ਇੱਕ ਟੈਂਡਰ ਵੀ ਕੱਢੇ ਗਏ ਸੀਗੇ, ਟੈਂਡਰ ਪਾਸ ਵੀ ਕੀਤੇ ਗਿਆ, ਉਹ ਕੀ ਚੱਲਣਗੇ ਟੈਂਡਰ ਕਾਰਜਕਾਰੀ ਕੰਮ ਕਰਨਗੇ ਜਾਂ ਤੁਸੀਂ ਦੁਬਾਰਾ ਤੋਂ ਟੈਂਡਰ ਕਾਲ ਕਰੋਗੇ? ਮੈਂ ਇੰਨੀ ਕੁ ਬੇਨਤੀ ਕਰਨਾ ਬਿੰਨੀ ਜੀ, ਤੁਹਾਨੂੰ ਥੋੜਾ ਜਿਹਾ ਉਸ ਬਾਰੇ ਪੂਰਨ ਤੌਰ ਤੇ ਪਤਾ ਨਹੀਂ ਹੈ ਗੱਲ। ਨਹੀਂ ਸਰ ਦੱਸਿਆ ਜਾਵੇ ਨਾ। ਮੈਂ ਤੁਹਾਨੂੰ ਦੱਸ ਰਿਹਾ, ਇਹ ਜਿਹੜੇ ਫੈਸਲੇ ਹੈ 15/11 ਨੂੰ ਮੈਂ ਤੁਹਾਡੇ ਅੱਗੇ ਪੱਤਰ ਪੇਸ਼ ਕਰਦਾ ਜਿਸ ਦੇ ਵਿੱਚ 15/11 ਨੂੰ ਜਦੋਂ ਅਸੀਂ ਉਰੇ FNCC ਦੇ ਵਿੱਚ ਜਿਹੜੇ ਸਾਡੇ ਕੋਲ ਮਾਨਯੋਗ ਸਾਡੇ ਸਾਬਕਾ ਮੁੱਖ ਮੰਤਰੀ ਪੰਜਾਬ ਮਹਾਰਾਜਾ ਅਮਰਿੰਦਰ ਸਿੰਘ ਜੀ ਵੱਲੋਂ ਜਿਹੜੇ 13 ਕਰੋੜ ਰੁਪਏ ਸਾਨੂੰ ਦਿੱਤਾ ਸੀਗਾ ਉਹਨਾਂ ਤੇ ਅਸੀਂ ਟੈਂਡਰ ਲਗਾਏ ਸੀਗੇ, ਉਹਨਾਂ ਕੰਮਾਂ ਦੇ ਟੈਂਡਰ ਜਿਹੜੇ ਜਾਰੀ ਹੋਣ ਤੋਂ ਉਪਰੰਤ 15/11 ਨੂੰ ਅਸੀਂ ਵਰਕ ਆਰਡਰ ਦੇਣਾ ਸੀਗਾ। 15/11 ਦੀ ਜਗ੍ਹਾ ਤੇ 14 ਤਰੀਕ ਨੂੰ ਸਵੇਰੇ ਆ ਕੇ ਉਹਨਾਂ ਨੇ 3 ਲੋਕਾਂ ਨੇ ਆਪਣਾ ਲੈਟਰ ਦਿੱਤਾ ਕਿ ਅਸੀਂ ਬਾਹਰ ਜਾਣਾ। ਮੈਂ ਉਹਦੀ ਲੈਟਰ ਦੀ ਕਾਪੀ ਤੁਹਾਨੂੰ ਉਪਲਬਧ ਕਰਵਾ ਦੇਣਾ ਹੁਣੀ 2 ਮਿੰਟ, ਤੁਸੀਂ ਜਾਣਾ ਨਾ ਕਿ ਉਹਨਾਂ ਨੇ ਆਪ ਕਿਹਾ ਕਿ ਅਸੀਂ ਨਹੀਂ ਆਣਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ 10 ਦਿਨ ਤੋਂ ਵਿੱਚ ਉਹ ਨੋਟਿਸ ਵਾਲਾ ਕੰਮ ਆਪਣਾ ਸ਼ੁਰੂ ਕਰ ਲਿਆ ਤੇ ਹੁਣ ਫੇਰ ਜਿਹੜੀ ਹੈ ਮੀਟਿੰਗ ਜਿਹੜੀ ਸੀਗੀ ਉਹ ਜਦੋਂ ਉਹਨਾਂ ਨੂੰ ਆਪ ਹੀ ਮਾਨਤਾ ਨਹੀਂ ਮਿਲੀ ਨਾ ਸਰਕਾਰ ਤੋਂ ਮਿਲੀ ਤੇ ਉਹਨਾਂ ਦੇ ਕੀਤੇ ਹੋਏ ਫੈਸਲਿਆਂ ਦੇ ਉੱਪਰ ਆਪਾਂ ਨੂੰ ਵਿਚਾਰ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ। ਮੇਰੇ ਸਾਹਿਬ ਜਿੱਦਾਂ ਤੁਸੀਂ ਕਿਹਾ ਵੀ ਧੱਕਾ ਹੋਇਆ, ਜਿੱਦਾਂ ਤੁਸੀਂ ਕਿਹਾ ਬੰਦੇ ਵੀ ਖਿੱਚੇ ਨੇ, ਤੁਹਾਨੂੰ ਲੱਗਦਾ ਵੀ ਉਹਦੇ ਤੇ ਵੀ ਕੋਈ ਕਾਰਵਾਈ ਦੀ ਲੋੜ ਹੈ ਜਾਂ ਕਾਰਵਾਈ ਕੋਈ ਕੋਰਟ ਕਰੇਗਾ ਜਾਂ ਤੁਸੀਂ ਕਾਨੂੰਨੀ ਕਾਰਵਾਈ ਜਾਂ ਤੁਸੀਂ ਅੱਗੇ ਪਾ ਰਹੇ ਹੋ ਕਾਨੂੰਨੀ ਕਾਰਵਾਈ? ਜਿਹੜਾ ਵੀ ਕਿਸੇ ਅਫਸਰ ਨੇ ਚਾਹੇ ਉਹ ਕੋਈ ਵੀ ਅਧਿਕਾਰੀ ਕਿਸੇ ਵੀ ਪੋਜੀਸ਼ਨ ਦੇ ਉੱਪਰ ਹੈ, ਜੇ ਕਿਸੇ ਨੇ ਜਿਹੜਾ ਕੰਮ ਗਲਤ ਕੀਤਾ ਸਰਕਾਰ ਦੇ ਨਿਯਮਾਂ ਦੇ ਖਿਲਾਫ ਜਾ ਕੇ ਕੀਤਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਰਕਾਰ ਦੇ ਬਣਦੇ ਨਿਯਮ ਹਨ ਜੋ ਸਰਵਿਸ रूल्स ਹਨ ਉਹਦੇ ਮੁਤਾबिक ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ। ਵਿਭਾਗੀ मेयर साहब FNCC कैसे करोगे आप? हाँ जी FNCC कैसे करोगे? आपके पास तो 2 ही मेंबर हैं सर। ये ना जो कॉन्स्टिट्यूशन है जी उसमें सारा हल निकाल के रखा
उन्होंने लॉक नहीं किया, उसके ऊपर लॉक नहीं लगा के रख दिया कि ये नहीं होगा वो नहीं होगा। उसमें साफ मेंशन है अगर पहली बार के बाद वो नहीं आते तो सेकंड टाइम जो कोरम की जो 58.3 है उसमें क्लियर कट मेंशन है। और इसके साथ जो विकास के कार्य हैं, नहीं मेरा सवाल पर मैं आपके सवाल का ही जवाब दे रहा हूँ, आप जवाब समझने की कोशिश कीजिए। अगर हम 6 लोग FNCC में मेंबर हैं, 3 लोग नहीं आ रहे, ठीक है, तो कास्टिंग वोट मेरे पास है, मैं प्रेसिडेंट हूँ, मेरे पास 2 वोट हैं, तो वो उसका उपयोग भी होगा। और साथ में ये जो हाउस है ये लोगों के कामों के लिए बना है, लोगों के काम करने के, बैठ के काम करने के लिए बना है। अगर कोई नहीं आएगा तो उसमें हर एक तरीके का जो है एक दो ऑप्शन बताओ ना, क्या ऑप्शन है और क्या जी, एक दो ऑप्शन आपको बता तो दी थी मैंने, क्या? 58.3 बोल दिया, उसमें है कि उसमें कोरम की मेरे पास कोई भी हमारे को दिक्कत नहीं है। अगर काम करना है तो अगर फर्स्ट टाइम में कोई लोग नहीं आते तो सेकंड टाइम में कोरम को पूरा करना ना करना वो क्लियर कट मेंशन है, उसकी भी काफी ਮੇਰੇ ਸਾਹਿਬ 130 ਹੀ ਚਾਹੀਦੇ ਨਾ ਜਿਹੜਾ ਸੀਗਾ ਤੁਹਾਨੂੰ ਹਾਂਜੀ ਚਾਹੀਦੇ ਸੀ ਨਾ ਬਿਲਕੁਲ ਬਿਲਕੁਲ ਕਲੀਅਰ ਕੱਟ ਹੈ। ਉਹਨਾਂ ਨੇ ਵੀ ਕੁਝ ਕਿਹਾ ਕਿ ਜੇ ਬੇਭਰੋਸਗੀ ਦਾ ਦੁਬਾਰਾ ਕੋਈ ਕਹਿੰਦੇ ਨੇ ਸਰ ਉਹ ਤਾਂ ਰਾਈਟ ਹਮੇਸ਼ਾ ਹੀ ਹੈ, वो तो देखो मेरी गल ऐसा कुछ में 6 महीने बाद आए तो पहले नहीं, क्यों नहीं ऐसी बेरोजगी। देखिए ये जो बातें हैं, जो कानून की बातें हैं, इसके ऊपर हम जो है डिबेट करते हुए तो कानून का बहुत ज्ञान प्राप्त होगा उस समय आपको। नहीं, ज्ञान तो जो है प्राप्त हुआ है वही आपके साथ बांट रहा हूँ। और मैं सबसे पहले आपका बहुत धन्यवादी हूँ जो आपने इस लड़ाई में बहुत बड़ा सहयोग हमारा दिया, हमारे साथ डटे रहे और सच्चाई को सामने लाए। सच्चाई की जीत हुई है, उसके लिए मैं पटियाला के, पंजाब के सारे मीडिया के जितने भी लोग यहाँ पे हाजिर हैं उन तक मैं अपनी बात पहुंचाना चाहता हूँ। बहुत बहुत धन्यवाद। ਤੁਸੀਂ ਵਿਕਾਸ ਦੇ ਕੰਮਾਂ ਦੇ ਲਈ FNCC ਦੀ ਮੀਟਿੰਗ ਕਰੋਗੇ, ਸਾਰਿਆਂ ਨੂੰ ਕੀ ਆਉਣਾ ਚਾਹੀਦਾ ਇੱਕ ਮੰਚ ਦੇ, ਜਿੰਨੇ ਵੀ MC ਨੇ 60 ਤੁਹਾਡੇ ਹਿਸਾਬ ਨਾਲ ਆਉਣਾ ਚਾਹੀਦਾ। ਅगर ਉਹ ਵਿਕਾਸ ਚਾਹੁੰਦੇ ਨੇ ਪਟਿਆਲੇ ਦਾ ਤਾਂ ਸ਼ਾयद ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਤੁਹਾਡੇ ਨਾਲ ਚੱਲਣਾ ਪਏਗਾ। इनका सवाल है कि FNCC अगली कब बुला रहे हो आप? सर जो है वो FNCC आज हमने सुबह कर दी है, सारा कुछ उसमें मेंशन करके भेज दिया है। और कोई भी किसी तरह का कोई काम किसी तरह रुकने नहीं देंगे, कोई सब चीजों का हल निकलेगा। ਕਿਹਾ ਵੀ ਧੱਕੇ ਹੋਣ ਦੀ ਗੱਲ ਹੈ, ਕੈਬਨਿਟ ਮੰਤਰੀ ਉਸ ਦਿਨ ਇਨਵੋਲਵ ਸੀਗੇ, ਉਹਨਾਂ ਨੇ ਐਲਾਨ ਕੀਤਾ ਕਿ ਤੁਸੀਂ ਮੁਅੱਤਲ ਹੋ ਗਏ, ਸਸਪੈਂਡ ਕਰ ਦਿੱਤਾ ਗਿਆ। ਹਾਂਜੀ ਅੱਜ ਤੁਸੀਂ ਉਹਨੂੰ ਕਿਵੇਂ ਵੇਖਦੇ ਹੋ ਸਾਰੀ ਗੱਲ ਨੂੰ, ਸਪੈਸ਼ਲੀ ਉਹਨਾਂ ਬਾਰੇ? ਦੇਖੋ ਜੇ ਉਹਨਾਂ ਨੇ ਮਾਨਯੋਗ ਲੋਕਲ ਬੋਡੀਜ਼ ਮੰਤਰੀ ਸਾਹਿਬ ਨੇ, ਤੁਸੀਂ ਲੋਕ ਪਟਿਆਲੇ ਦੇ ਵਸਨੀਕ ਹੋ, ਪਟਿਆਲੇ ਦੇ ਵਿੱਚ ਤੁਸੀਂ ਆਪਣਾ ਪ੍ਰੈਸ ਦੇ ਰਾਹੀਂ ਹਰੇਕ ਕੰਮ ਤੋਂ ਤੁਸੀਂ ਜਾਣਕਾਰ ਹੋ। ਪਿਛਲੇ 5 ਸਾਲਾਂ ਦੇ ਵਿੱਚ 1.5 ਸਾਲ ਉਹਨਾਂ ਨੇ ਸਿਹਤ ਵਿਭਾਗ ਦੇ ਡਿਪਾਰਟਮੈਂਟ ਦੇ ਆਪਣੇ ਮਿਨਿਸਟਰ ਦੇ ਤੌਰ ਤੇ ਕੀਤਾ, ਹੈਲਥ ਮਿਨਿਸਟਰ ਦੇ ਤੌਰ ਤੇ ਕੰਮ ਕੀਤਾ। 3.5 ਸਾਲ ਲੋਕਲ ਬੋਡੀਜ਼ ਮਿਨਿਸਟਰ ਦਾ ਹੋ ਗਿਆ। ਪਟਿਆਲੇ ਦੀ ਉਹਨਾਂ ਦੇ ਹੀ ਹਲਕੇ ਦੀ ਕੋਈ ਡਿਸਪੈਂਸਰੀ ਮੈਨੂੰ ਲਿਆ ਦਿਓ ਜਿੱਥੇ ਕੋਈ 500 ਰੁਪਏ ਦਾ ਵੀ ਕੋਈ ਨਵਾਂ ਸਟੂਲ ਵੀ ਲਿਆ ਕੇ ਉਹਨਾਂ ਨੇ ਰੱਖਿਆ ਹੋਵੇ ਕਿ ਇਹ ਕੰਮ ਹੈ। 1.5 ਸਾਲ ਮਿਨਿਸਟਰ ਰਹੇ। ਮੰਤਰੀ ਜਿਹੜੇ ਬਣਦੇ ਆ ਕੱਲੇ ਵਿਧਾਨ ਸਭਾ ਦੇ ਇਲੈਕਸ਼ਨ ਜਿੱਤਣ ਵਾਸਤੇ, ਆਪਣੇ ਸੈਕਟਰੀਏਟ ਵਾਸਤੇ, ਚੰਡੀਗੜ੍ਹ ਵਾਸਤੇ ਜਾਂ ਆਪਣੇ ਬੱਚਿਆਂ ਨੂੰ ਪ੍ਰਮੋਟ ਕਰਨ ਵਾਸਤੇ ਨਹੀਂ ਬਣਦੇ। ਜਿਹੜੀ ਮੈਂ ਗੱਲ ਬੋਲ ਰਿਹਾ, ਮੈਂ ਬਿਲਕੁਲ ਆਪ ਜੀ ਦੇ ਧਿਆਨ ਦੇ ਵਿੱਚ ਕਿ ਜਿਹੜਾ ਸਮਾਂ ਨਿਕਲਿਆ ਸਿਹਤ ਵਿਭਾਗ ਦੇ ਮੰਤਰੀ ਦੇ ਤੌਰ ਤੇ ਕੰਮ ਕੀਤਾ ਹੋਵੇ, ਤੁਸੀਂ ਪਟਿਆਲਾ 2 ਦੀਆਂ ਕੋਈ ਡਿਸਪੈਂਸਰੀਆਂ ਹੋਣ 2019 ਤੋਂ ਪਹਿਲਾਂ ਦਾ ਮੈਨੂੰ ਉੱਥੇ ਕੋਈ ਕੰਮ ਜਾਂ ਕੋਈ ਵਿਜ਼ਿਟ, ਕੋਈ ਚੀਜ਼ ਇਨਫਰਾਸਟ੍ਰਕਚਰ ਦੇ ਤੌਰ ਤੇ ਕੋਈ ਲਿਆਂਦੀ ਹੋਵੇ, ਕੋਈ ਡਾਕਟਰ ਦੀ ਗੱਲ ਹੋਵੇ, ਤੁਸੀਂ ਮੈਨੂੰ ਲਿਆ ਕੇ ਦਿਖਾ ਸਕਦੇ ਹੋ। 1 ਸੈਕਿੰਡ ਜੀ। ਉਸ ਤੋਂ ਬਾਅਦ ਲੋਕਲ ਬੋਡੀ ਦੇ ਤੌਰ ਤੇ ਮਿਨਿਸਟਰ ਦੇ ਤੌਰ ਤੇ ਕੰਮ ਕੀਤਾ। 3.5 ਸਾਲ ਦੇ ਵਿੱਚ ਪਟਿਆਲੇ ਦੇ ਵਿੱਚ ਜਿੰਨੇ ਪ੍ਰੋਜੈਕਟ ਸੀਗੇ, ਕਿਸੇ ਪ੍ਰੋਜੈਕਟ ਦੇ ਵਿੱਚ ਜ਼ਿੰਮੇਵਾਰੀ ਸ਼ਬਦ ਜਿਹੜਾ ਸੀਗਾ ਉਹ ਸ਼ਾਇਦ ਜਿਹੜੇ ਲੋਕ 40 ਸਾਲ ਤੋਂ ਟਿਕਟਾਂ ਲੈ ਕੇ ਜਿੱਤਦੇ ਆ ਰਹੇ ਆ, 40-45 ਸਾਲ ਤੋਂ, ਉਹ ਇਹਨਾਂ ਦਾ ਜਨਮ ਸਿੱਧ ਅਧਿਕਾਰ ਬਣ ਗਿਆ ਸੀਗਾ। ਉਹਨਾਂ ਨੂੰ ਕੰਮ ਕਰਨਾ ਨਾ ਕਰਨ ਦਾ ਕੋਈ ਫਰਕ ਨਹੀਂ ਪੈਂਦਾ ਸੀਗਾ। ਇਹਨਾਂ ਲੋਕਾਂ ਦੇ ਧਿਆਨ ਦੇ ਵਿੱਚ ਇਹ ਸੀਗਾ ਕਿ ਲੋਕਾਂ ਨੇ ਪਾਰਟੀਆਂ ਨੂੰ ਵੋਟਾਂ ਪਾਣੀਆਂ, ਅਸੀਂ ਦਿੱਲੀ ਮੈਨੇਜ ਕਰੀਏ, ਦਿੱਲੀ ਤੋਂ ਟਿਕਟ ਲਿਆਈਏ, ਲੋਕਾਂ ਨੇ ਸਾਨੂੰ ਵੋਟਾਂ ਪਾ ਦੇਣੀਆਂ। ਅੱਜ ਸਮਾਂ ਬਦਲ ਚੁੱਕਾ। ਅੱਜ ਤੁਹਾਡੇ ਤੋਂ ਹਰੇਕ ਦਿਨ ਦਾ ਹਿਸਾਬ ਮੰਗਦੀ ਹੈ ਲੋਕ ਜਿਹੜੇ ਕੰਮ ਕਰਦੇ ਆ, ਜਿਹੜੇ ਆਪਣਾ ਵੋਟ ਪਾਉਂਦੇ ਆ। ਤੇ ਅਸੀਂ ਇੱਕ ਦਾ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਇਲੈਕਸ਼ਨ ਲੜਨ ਜਾ ਰਹੇ ਹਾਂ, ਉਹਨਾਂ ਦੀ ਆਪਣੀ ਨਗਰ ਨਿਗਮ ਹੈ, ਕਿੰਨੀ ਵਾਰੀ ਉਹਨਾਂ ਨੇ ਉਰੇ ਵਿਜ਼ਿਟ ਕੀਤਾ। ਪਟਿਆਲੇ ਦੇ ਵਿੱਚ ਇੱਕ ਡੈਰੀ ਦਾ ਪ੍ਰੋਜੈਕਟ ਮੇਰੇ ਖਿਆਲ ਨਾਲ ਅੱਜ ਦੇ ਸਮੇਂ ਦੇ ਵਿੱਚ ਜਾਂ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਜ਼ਰੂਰੀ ਪ੍ਰੋਜੈਕਟ ਸੀਗਾ, ਉਸ ਪ੍ਰੋਜੈਕਟ ਦੇ ਉੱਪਰ ਕੰਪਲੀਟ 30 ਸਤੰਬਰ ਨੂੰ ਅਸੀਂ ਜਿਹੜੀ ਹੈ ਡੈਰੀਆਂ ਸ਼ਿਫਟ ਕਰਨੀਆਂ ਸੀਗੀਆਂ। ਮੇਰ ਸਾਹਿਬ 5 ਮਿੰਟ ਅਰਵਿੰਦ ਜੀ ਜਰਾ। ਉਸ ਡੈਰੀ ਪ੍ਰੋਜੈਕਟ ਦੇ ਉੱਪਰ ਜਦੋਂ ਰੋਕ ਲੱਗੀ, ਅਸੀਂ ਮੁੱਖ ਮੰਤਰੀ ਸਾਹਿਬ ਦੇ ਕੋਲ ਵੀ ਜਾ ਕੇ ਆਏ, ਅਸੀਂ DC ਸਾਹਿਬ ਨੂੰ ਵੀ ਮੈਮੋਰੈਂਡਮ ਦੇ ਕੇ ਆਉਂਦਾ। ਅਸੀਂ ਅੱਜ ਵੀ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ, ਉਹਦੇ ਉੱਪਰ ਕਦੇ ਮੰਤਰੀ ਸਾਹਿਬ ਨੇ ਕਦੇ ਕਿਤੇ ਬੈਠ ਕੇ 1 ਮਿੰਟ ਗੱਲ ਕੀਤੀ ਹੋਵੇ, ਚੀਫ ਮਿਨਿਸਟਰ ਨਾਲ ਗੱਲ ਕੀਤੀ ਹੋਵੇ, ਆਪਣੇ ਕੌਂਸਲਰ ਸਾਹਿਬਾਨ ਨਾਲ ਗੱਲ ਕੀਤੀ ਹੋਵੇ, ਪਟਿਆਲੇ ਦੇ ਲੋਕਾਂ ਨਾਲ ਗੱਲ ਕੀਤੀ ਹੋਵੇ। ਪਟਿਆਲੇ ਦੇ ਲੋਕਾਂ ਨੇ ਇਸ ਗੱਲ ਦਾ ਹਿਸਾਬ ਆਉਣ ਵਾਲੇ ਸਮੇਂ ਦੇ ਵਿੱਚ ਤੋਲ ਕੇ ਲੈਣਾ ਹੈ।
ਕਿ ਜੇ ਪਟਿਆਲਾ ਦਿਹਾਤੀ ਤੋਂ ਚੋਣ ਮੇਅਰ ਸਾਹਿਬ ਚੋਣ ਲੜੋਗੇ? ਨਹੀਂ ਜੀ, ਪਟਿਆਲਾ ਕੀ ਪੂਰੇ ਪੰਜਾਬ ਨੇ ਲੈਣਾ। ਨਹੀਂ ਮੇਰਾ ਪਰਸਨਲ ਸਵਾਲ ਹੈ ਕਿ ਪਟਿਆਲਾ ਦਿਹਾਤੀ ਤੋਂ ਚੋਣ ਲੜੋਗੇ ਬਤੌਰ ਐਮਐਲਏ ਤੁਸੀਂ? ਦੇਖੋ ਜੀ, ਮੈਂ ਆਪਣੇ ਤੌਰ ਤੇ ਪੇਸ਼ ਕਰਾਂਗਾ, ਆਪਣਾ ਹੱਕ ਵੀ ਪੇਸ਼ ਕਰਾਂਗਾ। ਬਾਕੀ ਸਾਡੇ ਲੀਡਰ ਸਾਹਿਬ ਸ਼ੁਰੂ ਕਰਦੇ ਨੇ ਐਮਐਲਏ। ਦੇਖੋ ਜੀ, ਜਿਹੜੇ ਲੋਕ ਲਾ ਰਹੇ ਆ ਇਹਨਾਂ ਦੇ ਜਜ਼ਬਾਤ ਹੈ, ਇਹਨਾਂ ਦੀ ਪਰਸਨਲ ਹੈ। ਮੈਂ ਆਪਣੇ ਤੌਰ ਦੇ ਉੱਪਰ ਸਾਡੇ ਲੀਡਰ ਸਾਹਿਬਾਨ, ਸਾਡੇ ਸੀਨੀਅਰ ਲੀਡਰ ਸਾਹਿਬਾਨ, ਮਹਾਰਾਜ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ ਜੀ, ਉਹਨਾਂ ਨੇ ਵਿਚਾਰ ਕਰਨਾ ਹੈ ਕੀ ਕਰਨਾ ਹੈ। ਅਸੀਂ ਪੂਰੀ ਤਰ੍ਹਾਂ ਟਿਕਟ ਦੇਤੀ ਲੜੋਗੇ? ਹੈ ਜੀ, ਟਿਕਟ ਦੇਤੀ ਤੁਹਾਨੂੰ? ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ 100% ਐਨ ਪੂਰਾ ਜੀ, ਹਰ ਤਰ੍ਹਾਂ। ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ, ਜੀ ਬਿੱਟੂ ਜਿੰਦਾਬਾਦ, ਕਾਂਗਰਸ जिंदाबाद। हाँ जी अरविंद जी दसो। मेरा सब सवाल ये है, हाँ जी, FNCC पे तो अंतिम मोहर हाउस की लगी, तो हाउस की मीटिंग कब बुला रही है बता दो। भाई साहब आप देखते जाइए, बहुत कुछ होगा अरविंद जी। जितना आपके पास ज्ञान है उस ज्ञान से आगे भी तनिक आगे चलिए, उसके थोड़ा सा आगे जाके देखे। कुछ चीजें हैं जो समय आने पे आपको बतला दी जाएंगी। जो इस देखिए, कुछ कानूनी बातें ऐसी हैं जो इस प्रेस कॉन्फ्रेंस का पार्ट नहीं हो सकती, वो आपको मैं बिल्कुल विश्वास दिलाता हूँ। FNCC और तमाम चीजें जो है बहुत बढ़िया से चलेंगी। सर एक सवाल और, हाँ जी, पॉइंट टू पॉइंट बताओ। पॉइंट टू पॉइंट ये कि आपको किस तरीके से हाईकोर्ट में रिलैक्सेशन मिला, पॉइंट टू पॉइंट कैसे, किस तरीके से आपको हाई कोर्ट में रिलैक्सेशन मिली, पॉइंट टू पॉइंट बताओ। सरकार ने क्या वहाँ पे कहा, क्या गलती मानी, किसकी चीज की? सर पॉइंट था ही कुछ नहीं, पॉइंट तो सिर्फ जबरदस्ती थी। जबरदस्ती यहाँ से गेट से शुरू हो गई थी, जबरदस्ती। मेरी बात समझिए पहले, मेरी ये तो हम लोग अपनी नहीं, मैं आपको बता रहा हूँ ना, आपने क्वेश्चन मेरे से पूछा है ना, जवाब मैं दूंगा, आप देंगे, मैं दे रहा हूँ ना। तो आप तो मेरे भैया मेरी बेनती सुनो सर, मेरी बेनती सुन लीजिए। प्रेस का सवाल होता है, सर मैं बोल रहा हूँ, पर मैं ब्रीफिंग में सर मैं ब्रीफिंग में आइए। और सर मैं आपको बोल रहा हूँ, मैं आपको बोल रहा हूँ, आप समझिए जो आपने पूछा है। मेरा सवाल सिर्फ इतना है कि 1 to 1 मेरे को पॉइंट पॉइंट एक था, पॉइंट टू पॉइंट बताइए मेरे को कि वहाँ पे हाई कोर्ट में आपको किस तरीके से रिलैक्सेशन देगी, बस बता दूं मैं। अब सुन लेंगे पूरी तरह, पॉइंट टू पॉइंट। पुरानी बात है ना, बताओ पॉइंट नहीं, आज की मैं बात। हाँ पूरी बात बता दूं। हाई कोर्ट में इन्होंने जिस सेक्शन के तहत मेजोरिटी शब्द को अपने लफ्जों में यूज करना शुरू किया था, जो कारपोरेशन है इसमें मेजोरिटी शब्द बनता है 2/3, 2/3 मेजोरिटी, 2/3, 42 आप बोल रहे हैं, 2/3 शेयर वो इनके पास नहीं था। तो इन्होंने पहले दिन से ही मिसगाइड करना शुरू कर दिया अपने ऑफिसर साहबान को, स्पेशली प्रेस को। उस चीज को इन्होंने अपने तरीके से, अपने शब्दों से इसको आगे बढ़ाना शुरू किया। ये पहले दिन ही जो इस चीज की नींव ही नहीं थी, उसके ऊपर अगर आप कोई मकान बना रहे हैं तो वो गिरेगा। तो जब हाई कोर्ट में पहले दिन गए, 26 तारीख को हमने केस की पैरवाई शुरू की, 30 तारीख तक इन्होंने समय लिया, 30 तारीख के बाद फिर इन्होंने समय मांगा, 3 बार तो इन्होंने समय मांगा। क्यों मांगा? क्योंकि जब कुछ था ही नहीं, इनको ये मालूम था बहुत कुछ जानकारी थी, वो पूर्ण तौर से नहीं थी, उसके कारण इनका समय करते रहे। लेकिन हाई कोर्ट और गवर्नमेंट इन बातों से नहीं चलती। जब वहां पे गए तो वहां पे बिल्कुल दूध का दूध, पानी का पानी हुआ। और जो इनके जिस सेक्शन के तहत इन्होंने खुद ही नोटिंग वगैरह लिख के, प्रोसीडिंग वगैरह लिख के ऊपर लेके गए थे, वो तो उसी तरीके से गिर गई। इसमें लीगल पॉइंट कुछ नहीं था अरविंद जी, फर्स्ट डे से कुछ भी नहीं था। ये एक सिर्फ जबरदस्ती थी, धक्का था, जो सरकार की मैं बोल रहा हूँ बदमाशी थी, उसके ही जो परिणाम था। इसमें लीगल पॉइंट तो था ही नहीं। लीगल पॉइंट तो ये था कि अगर इनके पास 42 होते, हमारे पास 21 ना होते तो दिक्कत थी। तो इसको इन्होंने जितना घुमाना था घुमा लिया। अब इतना सा पॉइंट था, अब इस पॉइंट को आगे पीछे कुछ करना बता दीजिए। आपके जो विरोधी है ना, आपके जो विरोधी है ना, कह रहे हैं कि मेयर तो बन गए, लेकिन ये टूथलेस टाइगर है, बिना दांत वाले शेर। एक बात मैं बता दूं अरविंद जी, जिन लोगों ने इतना बड़ा कॉन्स्टिट्यूशन लिखा है, ये अकेली पटियाला कारपोरेशन, जब पटियाला का मेयर नहीं काम करता, उस कॉन्स्टिट्यूशन में सारा कुछ उपलब्ध है। जो काम कारपोरेशन के लिए करने हैं, जिन्होंने कॉन्स्टिट्यूशन बनाया है, जिन्होंने ये चीजें उसमें मेंशन की हैं, सभी कुछ इसमें निकल के आएगा आपके सामने। और अभी कुछ दिन की बात आप देखिए तो सही, थैंक यू। होता है क्या क्या। हाँ जी,
ਪਟਿਆਲੇ ਤੁਸੀਂ ਜਿਹੜੇ ਡੈਰੀ ਫਾਰਮ ਬਾਹਰ ਜਾਣੇ ਸੀਗੇ, ਠੀਕ ਹੈ, ਪਾਈਪ ਵੀ ਪੈ ਗਏ, ਨਾਲੀਆਂ ਵੀ ਬੰਦ ਨੇ ਸੀਨੀਅਰ ਡਿਪਟੀ ਮੇਅਰ ਦੇ ਏਰੀਏ 'ਚ, ਤੇ ਉੱਥੇ ਡੈਰੀ ਫਾਰਮ ਗੋਬਰ ਨਾਲੀਆਂ ਬਲੌਕ ਹੋ ਰਹੀਆਂ, ਪਾਈਪ ਸਰ ਉਹੀ ਮੈਂ ਗੱਲ ਕਰ ਰਿਹਾ ਕਿ ਜਿਹੜੀ ਗੈਰ ਜ਼ਿੰਮੇਵਾਰੀ ਦੇ ਤੌਰ ਤੇ ਕੰਮ ਕੀਤਾ ਹੈ ਸਰਕਾਰ ਦੇ ਸਾਡੇ ਮੰਤਰੀ ਸਾਹਿਬ ਨੇ, ਕੋਈ ਮਤਲਬ ਕਿ ਸਾਨੂੰ ਮਹਿਸੂਸ ਨਹੀਂ ਹੋਇਆ ਕਿ ਪਟਿਆਲੇ ਦੀ ਇਸ ਕਾਰਪੋਰੇਸ਼ਨ ਦਾ ਜਿਹੜਾ ਮੈਂਬਰ ਹੈ, ਸਾਡਾ ਐਮਐਲਏ ਹੈ, ਉਹ ਲੋਕਲ ਬੋਡੀਜ਼ ਮਿਨਿਸਟਰ ਹੈ। ਕਦੇ ਕੋਈ ਇਹ ਜੀ ਸਾਨੂੰ ਆਪਣੇ ਤੌਰ ਤੇ ਪਟਿਆਲੇ ਦੇ ਲੋਕਾਂ ਨੂੰ, ਪਟਿਆਲੇ ਦੇ ਕੌਂਸਲਰ ਨੂੰ, ਪਟਿਆਲੇ ਦੀ ਹਰੇਕ ਨਾਗਰਿਕ ਨੂੰ ਕਦੇ ਕਿਤੇ ਅਹਿਸਾਸ ਨਹੀਂ ਹੋਇਆ ਸਾਡੇ ਕੋਲ ਐਡੀ ਵੱਡੀ ਮਿਨਿਸਟਰੀ ਹੈ। ਜਦੋਂ ਸਾਡੇ ਕੋਲ ਮੁੱਖ ਮੰਤਰੀਸ਼ਿਪ ਦੀ ਸਾਡੇ ਕੋਲ ਚਾਂਸ ਸੀਗੀ, ਮੁੱਖ ਮੰਤਰੀ ਸਾਹਿਬ ਦਾ ਸਾਡੇ ਸਿਰ ਤੇ ਉੱਪਰ ਹੱਥ ਸੀਗਾ, ਤਾਂ ਪਟਿਆਲੇ ਦੇ ਵਿੱਚ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ 500 ਕਰੋੜ ਰੁਪਏ ਦੀ ਗ੍ਰਾਂਟ ਦੇ ਨਾਲ ਕੰਮ ਸ਼ੁਰੂ ਹੋਇਆ। ਪਟਿਆਲੇ ਦੇ ਵਿੱਚ ਨਦੀ ਦਾ ਕੰਮ ਸ਼ੁਰੂ ਹੋਇਆ 200 ਕਰੋੜ ਰੁਪਏ ਦੇ ਨਾਲ। ਪਟਿਆਲੇ ਦੇ ਵਿੱਚ ਹੈਰੀਟੇਜ ਸਟਰੀਟ ਦਾ ਕੰਮ ਸ਼ੁਰੂ ਹੋਇਆ। ਪਟਿਆਲੇ ਦੇ ਵਿੱਚ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਾਲੇ ਸੀਵਰ ਦਾ ਕੰਮ ਕੰਪਲੀਟ ਕੀਤਾ। ਪਟਿਆਲੇ ਦੇ ਵਿੱਚ 80 ਕਿਲੋਮੀਟਰ ਪਾਣੀ ਤੇ ਸੀਵਰ ਦੀ ਲਾਈਨਾਂ ਪਾਈਆਂ। ਪਟਿਆਲੇ ਦੇ ਵਿੱਚ ਬ੍ਰਿਜ ਜਿਹੜੇ ਸੀਗੇ 2 ਨਵੇਂ ਬਣੇ। ਪਟਿਆਲੇ ਦੇ ਵਿੱਚੋਂ ਅੰਡਰ ਜਿਹੜਾ ਪਾਸ ਬਣਿਆ। ਪਟਿਆਲੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੰਮ ਸੀਗਾ ਸਾਡਾ, ਜਿਹੜੇ ਰੈਮੀਡੀਏਸ਼ਨ ਪਲਾਂਟ ਦੀ ਸਥਾਪਨਾ ਕੀਤੀ, ਜਿਹੜੇ ਕੂੜੇ ਦੇ ਪਹਾੜ ਸੀਗੇ ਅੱਜ ਉੱਥੇ ਨਜ਼ਰ ਨਹੀਂ ਆ ਰਹੇ। ਪਟਿਆਲੇ ਦੇ ਵਿੱਚ ਅੰਡਰਗਰਾਉਂਡ ਡਸਟਬਿਨ ਲਗਾਏ। ਪਟਿਆਲੇ ਦੇ ਵਿੱਚ 40 ਦੇ ਕਰੀਬ ਜਿਹੜੇ ਟਾਇਲਟ ਬਾਥਰੂਮ ਤੁਸੀਂ ਦੇਖਦੇ ਹੋ ਉਹ ਬਣੇ। ਪਟਿਆਲੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਯੂਨੀਵਰਸਿਟੀਆਂ ਦਿੱਤੀਆਂ। ਸਾਡੇ ਕੋਲ ਲਾ ਯੂਨੀਵਰਸਿਟੀ ਪਿਛਲੇ ਸਮੇਂ ਦੇ ਵਿੱਚ ਆਈ, ਇਸ ਵਾਰ ਸਾਡੇ ਕੋਲ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਤੇ ਨਾਲ ਹੀ ਸਾਡੇ ਕੋਲ ਜਿਹੜੀ ਸੀਗੀ ਸਪੋਰਟਸ ਯੂਨੀਵਰਸਿਟੀ, ਹਿੰਦੁਸਤਾਨ ਦੀ ਜਿਹੜੀ ਪਹਿਲੀ ਯੂਨੀਵਰਸਿਟੀ ਸਾਨੂੰ ਦਿੱਤੀ। ਇਹ ਸਾਰਾ ਕੁਝ ਮੁੱਖ ਮੰਤਰੀ ਸਾਹਿਬ ਨੇ ਦਿੱਤਾ। ਇਸ ਤਰੀਕੇ ਦੇ ਨਾਲ ਜੇ ਪਟਿਆਲੇ ਦੀਆਂ ਫਾਈਲ ਵਾਈਜ਼ ਮੈਂ ਤੁਹਾਡੇ ਕੋਲ ਲੈ ਕੇ ਆਵਾਂਗੇ, ਸਮਾਂ ਆਏਗਾ ਕਿ ਪਟਿਆਲੇ ਦੇ ਕਾਗਜ਼ ਦੇ ਵਿੱਚ ਜਿਹੜੇ ਪਟਿਆਲੇ ਦੇ ਲੋਕਾਂ ਦੇ ਨਕਸ਼ਿਆਂ ਦੇ ਵਾਸਤੇ ਲੋਕੀ ਹਾਈ ਕੋਰਟ ਦੇ ਵਿੱਚ ਕੇਸ ਕਰਕੇ ਬੈਠੇ ਆ, ਇਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਅੱਗੇ ਇੱਕ ਇੱਕ ਡਾਕੂਮੈਂਟ ਜਿਹੜਾ ਹੈਗਾ ਲਿਆ ਕੇ ਅਸੀਂ रखेंगे। मेरे साहब कोर्ट का कोई ऑर्डर है इस नाम का? क्या जी? सर कोर्ट का ऑर्डर जो है 5 बजे के बाद टाइप होके आपको मिल जाएगा और उसको आप अपने तरीके से जैसे भी चाहे पॉइंट टू पॉइंट आप कर सकते हैं। ਅਸੀਂ ਤਾਂ ਆਪ ਕਨਫਿਊਜ਼ ਹਾਂ ਤਾਂ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਮੇਅਰ ਕਿਹਨੂੰ ਲਿਖੀ ਹੈ ਵਿੱਚ। ਭਾਜੀ ਪਤਾ ਕੀ ਗੱਲ ਦੇਖੋ, ਇੱਕ ਮੈਂ ਗੱਲ ਦੱਸਾਂ, ਮੈਂ ਚਲੋ ਆਫ ਦੀ ਰਿਕਾਰਡ ਗੱਲ ਹੈ, ਪ੍ਰੈਸ ਦਾ ਕੰਮ ਚੱਲ ਰਿਹਾ, ਕੈਮਰੇ ਹੋਣਾ ਹੈ, ਸਭ ਨੂੰ ਪਹਿਲੇ ਦਿਨ ਸਭ ਕੁਝ ਸਮਝ ਸੀ। ਇਹ ਹੈ ਕਿ ਤੁਹਾਨੂੰ ਜਿਹੜਾ ਆਪਣਾ ਤੜਕਾ ਲਾਣਾ ਸੀਗਾ ਉਹ ਲੱਗਣਾ ਸੀਗਾ। ਮੇਰੀ ਬੇਨਤੀ ਸੁਣ ਲਓ ਪਹਿਲਾਂ 5 ਮਿੰਟ। ਮੈਂ ਬਿਲਕੁਲ मैं देखो मैं उस चीज की मैं नहीं गल करता। खबर वही थी सर, जो हाँ बस आप खबर की बात कीजिए। आप बिल्कुल बिल्कुल आगे जी आगे वो चट्टा साहब थोड़ा जो ठीक है। ਅੱਗੇ ਵਾਲੀ ਚੁਣੌਤੀ ਹੈ ਫੰਡਸ ਦਾ, ਜਿਹੜੀ ਅੱਗੇ ਚੁਣੌਤੀ ਆਉਣੀ ਹੈ।